ਹੈਲੋ ਗਾਇਜ਼, ਅੱਜ ਅਸੀਂ ਸ਼ੁਰੂ ਕਰਾਂਗੇ ਮਾਸਟਰ ਕੈਡਰ ਜੋ ਹੈ ਸਾਡੇ ਕੋਲ ਬੋਟਨੀ ਦੀ ਜਿਹੜੀ ਹੈ ਅਸੀਂ ਅੱਜ ਸਟਾਰਟ ਕਰਾਂਗੇ। ਦੇਖੋ ਸਾਇੰਸ ਦੇ ਵਿੱਚ ਸਾਡੇ ਕੋਲ ਹੁੰਦੇ ਸਬਜੈਕਟ ਬੋਟਨੀ, ਜੂਲੋਜੀ ਤੇ ਕੈਮਿਸਟਰੀ ਜਿਹੜੇ ਹੈ ਮੈਡੀਕਲ ਬੈਕਗਰਾਉਂਡ ਦੇ, ਜਿਹੜੇ ਨੋਨ ਮੈਡੀਕਲ ਦੇ ਨੇ ਉਹਨਾਂ ਨੂੰ ਮੈਥ, ਫਿਜ਼ਿਕਸ ਤੇ ਕੈਮਿਸਟਰੀ ਹੁੰਦੀ ਹੈ। ਸੋ ਅਸੀਂ ਇਹ ਧਿਆਨ ਦੇ ਵਿੱਚ ਰੱਖਦੇ ਹੋਏ ਜੋ ਮੈਡੀਕਲ ਸਟੂਡੈਂਟਸ ਨੇ ਜਾਂ ਕਿਸੇ ਨੇ ਐਡੀਸ਼ਨਲ ਲੈਣੀ ਹੁੰਦੀ ਹੈ ਬੋਟਨੀ ਵਗੈਰਾ, ਉਹ ਉਹਦੇ ਲਈ ਅਸੀਂ ਅੱਜ ਪ੍ਰਿਪਰੇਸ਼ਨ ਲਈ ਅਸੀਂ ਅੱਜ ਪਹਿਲਾ ਜੋ ਚੈਪਟਰ ਹੈ ਪਲਾਂਟ ਕਿੰਗਡਮ, ਮੋਸਟ ਇੰਪੋਰਟੈਂਟ ਜਿਹੜਾ ਹੈਗਾ ਇਹ ਮਤਲਬ ਬੋਟਨੀ ਦੇ ਵਿੱਚ ਕੰਸੀਡਰ ਕਰਦੇ ਹਾਂ ਪਲਾਂਟ ਕਿੰਗਡਮ, ਕਿਉਂਕਿ ਇਹ ਇੱਕ ਤਰ੍ਹਾਂ ਦਾ ਅਸੀਂ ਕਹੀਏ ਰੋਡ ਮੈਪ ਹੈ, ਅਸੀਂ ਕਿਵੇਂ ਪਲਾਂਟ ਕਿੰਗਡਮ ਨੂੰ ਅਸੀਂ ਕਿਵੇਂ ਬੋਟਨੀ ਨੂੰ ਸਟੱਡੀ ਕਰਨੀ ਹੈ ਉਹਦੇ ਵਿੱਚ ਅਸੀਂ ਦੇਖਾਂਗੇ। ਠੀਕ ਹੈ, ਸੋ ਲੈਟਸ ਸਟਾਰਟ। ਦੇਖੋ ਸਾਡੇ ਕੋਲ ਪਹਿਲਾਂ ਦੇਖੋ ਸਿਸਟਮ ਆਫ ਬਾਇਓਲੋਜੀਕਲ ਕਲਾਸੀਫਿਕੇਸ਼ਨ ਹੁੰਦਾ ਹੈਗਾ। ਅਸੀਂ ਬਾਇਓਲੋਜੀਕਲ ਕਲਾਸੀਫਿਕੇਸ਼ਨ ਮੀਨ ਟੂ ਸੇ ਦੈਟ ਬਾਇਓਲੋਜੀਕਲ ਕਲਾਸੀਫਿਕੇਸ਼ਨ ਮੀਨ ਟੂ ਸੇ ਦੈਟ ਅਸੀਂ ਇੱਥੇ ਜਿਹੜੀ ਹੈ ਕਿਵੇਂ ਕਲਾਸੀਫਿਕੇਸ਼ਨ ਕਰਨੀ ਹੈਗੀ ਬਾਇਓਲੋਜੀਕਲ, ਮਤਲਬ ਲਿਵਿੰਗ ਜਿਹੜੇ ਹੈਗੇ ਲਿਵਿੰਗ ਜਾਂ ਪਲਾਂਟਸ, ਇਹਦੇ ਵਿੱਚ ਪਲਾਂਟਸ ਇਨਕਲੂਡ ਕਰਾਂਗੇ ਅਸੀਂ ਜਾਂ ਐਨੀਮਲਸ, ਉਹਨਾਂ ਦੀ ਕਲਾਸੀਫਿਕੇਸ਼ਨ ਉਹਨਾਂ ਨੂੰ ਵੰਡ ਕਿਵੇਂ ਕਰਾਂਗੇ ਉਹਨਾਂ ਦੀ। ਸਾਡੇ ਕੋਲ ਤਿੰਨ ਸਿਸਟਮ ਹੁੰਦੇ ਨੇ, ਪਹਿਲਾ ਆਰਟੀਫਿਸ਼ੀਅਲ, ਦੂਜਾ ਨੈਚੁਰਲ, ਤੀਜਾ ਫਾਈਲੋਜੈਨੇਟਿਕ। ਅਸੀਂ ਇਹਨਾਂ ਦੇ ਬਾਰੇ ਪੜਾਂਗੇ, ਅੱਗੇ ਡਿਸਕਸ ਕਰਾਂਗੇ। ਠੀਕ ਹੈ, ਤਿੰਨ ਸਿਸਟਮ ਨੇ। ਦੇਖੋ ਸਭ ਤੋਂ ਪਹਿਲਾਂ ਜਿਹੜਾ ਹੁੰਦਾ ਸਾਡੇ ਕੋਲ ਜਿਹੜਾ ਸਿਸਟਮ ਆਉਂਦਾ ਹੈ, ਦਿਸ ਸਿਸਟਮ ਇਜ਼ ਕਾਲਡ ਆਰਟੀਫਿਸ਼ੀਅਲ ਕਲਾਸੀਫਿਕੇਸ਼ਨ ਸਿਸਟਮ। ਇਹ ਕਿਹਨਾਂ ਨੇ ਦਿੱਤਾ ਸੀਗਾ? ਇਹ ਸਾਡਾ ਸਭ ਤੋਂ ਅਰਲੀਐਸਟ ਸਿਸਟਮ ਹੈ ਕਲਾਸੀਫਿਕੇਸ਼ਨ ਦਾ, ਤੇ ਇਹ ਬੇਸਡ ਸੀ ਕਿਹਦੇ ਉੱਤੇ? ਵੈਜੀਟੇਟਿਵ ਕਰੈਕਟਰਸ ਔਰ ਸੁਪਰਫਿਸ਼ੀਅਲ ਮੋਰਫੋਲੋਜੀਕਲ ਕਰੈਕਟਰ ਸਚ ਐਜ਼ ਹੈਬਿਟ, ਕਲਰ, ਨੰਬਰ, ਸ਼ੇਪ ਆਫ ਲੀਵਸ। ਮੀਨ ਟੂ ਸੇ ਦੈਟ ਇਹ ਜਿਹੜਾ ਸਿਸਟਮ ਸੀ ਕਿੰਨਾ ਉੱਤੇ ਬੇਸ ਸੀ? ਇਹ ਜਿਹੜੇ ਬਾਹਰਲੇ ਕਰੈਕਟਰ ਮੋਰਫੋਲੋਜੀ ਵੀ ਅਸੀਂ ਜਿਹੜੇ ਬਾਹਰੋਂ ਦੇਖ ਸਕਦੇ ਹਾਂ, ਜਿਵੇਂ ਉਹਨਾਂ ਦੇ ਹੈਬਿਟ, ਉਹਨਾਂ ਦਾ ਕਲਰ ਬਾਹਰੋਂ ਅਸੀਂ ਦੇਖ ਸਕਦੇ ਹਾਂ, ਉਹਨਾਂ ਦਾ ਨੰਬਰ, ਕਲਰ, ਨੰਬਰ, ਉਹਨਾਂ ਦੇ ਲੀਵਸ ਦੀ ਸ਼ੇਪ ਵਗੈਰਾ, ਜਿਹੜਾ ਅਸੀਂ ਵੀ ਮਤਲਬ ਇੱਕ ਪਲਾਂਟ ਹੈ ਜਿਹੜਾ ਉਹਨੂੰ ਬਾਹਰਲੀ ਦਿੱਖ ਤੋਂ ਅਸੀਂ ਉਹਨੂੰ ਕਲਾਸੀਫਾਈ ਕਰ ਸਕੀਏ, ਉਸਦੇ ਬੇਸ ਤੇ ਸੀਗੇ। ਤੇ ਕਿੰਨਾ ਨਹੀਂ ਤਾਂ ਸੀ? ਕਾਰਲਸ ਲਿਨਨਸ, ਆ ਦੇਖੋ ਇਹਨਾਂ ਦਾ ਨਾਮ ਦਿੱਤਾ ਹੈ। ਠੀਕ ਹੈ, ਸੋ ਇਹ ਇੱਕ ਆਰਟੀਫਿਸ਼ੀਅਲ ਸਿਸਟਮ ਸੀਗਾ। ਠੀਕ ਹੈ, ਨਾਮ ਦਿੱਤਾ ਸੀ ਇਹਨਾਂ ਨੇ ਆਰਟੀਫਿਸ਼ੀਅਲ ਸਿਸਟਮ, ਲਿਨਨਸ ਆਰਟੀਫਿਸ਼ੀਅਲ ਸਿਸਟਮ ਆਫ ਕਲਾਸੀਫਿਕੇਸ਼ਨ ਵਰ ਬੇਸਡ ਔਨ ਐਂਡਰੋਸ਼ੀਅਮ ਸਟਰਕਚਰ। ਮੀਨ ਟੂ ਸੇ ਦੈਟ ਇਹ ਕਿਸੇ ਪਲਾਂਟ ਦੇ ਵਿੱਚ ਐਂਡਰੋਸ਼ੀਅਮ ਮਤਲਬ ਫੀਮੇਲ ਪਾਰਟ ਹੁੰਦਾ ਹੈਗਾ, ਵੀ ਉਹਦੇ ਵਿੱਚ ਗਿਣਤੀ ਹੁੰਦੀ ਸੀ ਵੀ ਅਸੀਂ ਦੇਖਦੇ ਹਾਂ ਇੱਕ ਪਲਾਂਟ ਦੇ ਵਿੱਚ। ਠੀਕ ਹੈ, ਇੱਕ ਫੁੱਲ ਹੈ, ਜਿਵੇਂ ਅਸੀਂ ਆਹ ਗੱਲ ਕਰਦੇ ਹਾਂ। ਠੀਕ ਹੈ, ਆਹ ਫੁੱਲ ਕਰਦੇ ਹਾਂ, ਇਹਦੇ ਵਿੱਚ ਸਾਡੇ ਕੋਲ ਵਿਚਾਲੇ ਜਿਹੜਾ ਫੀਮੇਲ ਆ ਜਾਂਦਾ, ਫਿਰ ਇਹਦੇ ਨਾਲ ਜਿਹੜਾ ਮੇਲ ਆ ਜਾਂਦਾ, ਵੀ ਇਹ ਜਿਹੜੇ ਐਂਡਰੋਸ਼ੀਅਮ ਹੈ ਜਿਹੜਾ ਇਹ ਫੀਮੇਲ ਸਟਰਕਚਰਸ ਦੇ ਅਕੋਰਡਿੰਗ ਅਸੀਂ ਸਟੱਡੀ ਕਰਦੇ ਸੀ ਵੀ ਕਿੰਨੇ ਜਿਹੜੇ ਸਟਰਕਚਰਸ ਨੇ। ਠੀਕ ਹੈ ਜੀ, ਅੱਗੇ ਆਉਂਦਾ ਸਾਡੇ ਕੋਲ ਇਸਦੀ ਫਿਰ ਦੇਖੋ ਕੀ ਹੋਇਆ ਵੀ ਇਹ ਸਿਸਟਮ ਬਣਾ ਤਾਂ ਦਿੱਤਾ, ਫਿਰ ਉਸ ਤੋਂ ਬਾਅਦ ਇੱਕ ਸਿਸਟਮ ਜ਼ਰੂਰ ਬਣਦਾ, ਫਿਰ ਉਹ ਦੂਜੀ ਉਸ ਤੋਂ ਬਾਅਦ ਉਸਦੇ ਵਿੱਚ ਕੀ ਕੀ ਖਾਮੀਆਂ ਰਹਿ ਜਾਂਦੀਆਂ ਨੇ, ਕੀ ਕੀ ਡਰੋਬੈਕਸ ਰਹਿ ਜਾਂਦੇ, ਫਿਰ ਅਸੀਂ ਉਹਦੀ ਗੱਲ ਕਰਾਂਗੇ। ਹੁਣ ਦੇਖੋ ਉਹ ਸਿਸਟਮ ਉਹਨਾਂ ਨੇ ਬਣਾਤਾ, ਚਲੋ ਸਭ ਤੋਂ ਪਹਿਲਾਂ ਉਹਨਾਂ ਨੇ ਕਾਰਲਸ ਲਿਨਸ ਨੇ ਬਣਾਇਆ ਆਰਟੀਫਿਸ਼ੀਅਲ ਕਲਾਸੀਫਿਕੇਸ਼ਨ ਸਿਸਟਮ। ਹੁਣ ਉਹਦੇ ਵਿੱਚ ਉਸਦੀ ਡਰਾਬੈਕਸ ਸੀਗੀਆਂ, ਵੀ ਉਹਨਾਂ ਵਿੱਚ ਖਾਮੀਆਂ ਸੀ, ਉਹ ਕੀ ਕੀ ਸੀ ਉਹ ਸਟੱਡੀ ਕਰਦੇ ਹਾਂ। ਕਹਿੰਦੇ ਦੇ ਸੈਪਰੇਟਡ ਦ ਕਲੋਜ਼ਲੀ ਰਿਲੇਟਡ ਸਪੀਸੀਜ਼ ਸਿੰਸ ਦੇ ਵਰ ਬੇਸਡ ਔਨ ਅ ਫਿਊ ਕਰੈਕਟਰਿਸਟਿਕ। ਮੀਨ ਟੂ ਸੇ ਦੈਟ ਉਹਨਾਂ ਨੇ ਕੀ ਕੀਤਾ ਵੀ ਜਿਹੜੇ ਕਲੋਜ਼ਲੀ ਰਿਲੇਟਡ ਸੀ, ਮਤਲਬ ਦੋ ਸਪੀਸੀਜ਼ ਨੇ ਪਲਾਂਟਸ ਦੀਆਂ, ਉਹ ਇੱਕੋ ਜਿਹੀਆਂ ਨੇਗੀਆਂ, ਮਤਲਬ ਉਹਨਾਂ ਦੇ ਮਤਲਬ ਕਾਫੀ ਕਰੈਕਟਰ ਮਿਲ ਰਹੇ ਨੇਗੇ, ਬਟ ਉਹਨਾਂ ਦੇ ਇੰਟਰਨਲੀ ਬਹੁਤ ਕਰੈਕਟਰ ਮਿਲ ਰਹੇ ਨੇ। ਬਟ ਹੁਣ ਇਹ ਕਾਰਲਸ ਲਿਨਨਸ ਨੇ ਕੀ ਕੀਤਾ ਸੀ, ਇਹਨਾਂ ਨੇ ਮੋਰਫੋਲੋਜੀਕਲ ਕਰੈਕਟਰ ਨੂੰ ਧਿਆਨ ਦੇ ਵਿੱਚ ਰੱਖਦੇ ਇਹਨਾਂ ਨੇ ਉਹ ਕੀ ਕੀਤੀ ਸੀਗੀ, ਅਸੀਂ ਕੀ ਵੰਡ ਕਰੀ ਸੀ, ਕਲਾਸੀਫਿਕੇਸ਼ਨ ਕੀਤੀ। ਸੋ ਉਹਨਾਂ ਨੇ ਦੂਰ ਦੂਰ ਰੱਖਦੇ ਜਿਨ੍ਹਾਂ ਦੇ ਇੰਟਰਨਲ ਕਰੈਕਟਰ ਵੀ ਸੇਮ ਆ ਰਹੇ ਸੀ। ਇਕੁਅਲ ਵੇਟੇਜ ਟੂ ਵੈਜੀਟੇਟਿਵ ਐਂਡ ਸੈਕਸ਼ੂਅਲ ਕਰੈਕਟਰ। ਮੀਨ ਟੂ ਸੇ ਦੈਟ ਇਹਨਾਂ ਨੇ ਇੱਕੋ ਜਿਹੀ ਵੈਲਿਊ ਦਿੱਤੀ ਸੀ ਕਿਹਨਾਂ ਨੂੰ? ਵੈਜੀਟੇਟਿਵ ਤੇ ਸੈਕਸ਼ੂਅਲ, ਜਿਹੜੀ ਰੀਪਰੋਡਕਸ਼ਨ ਵਾਲੀ ਜਿਹੜੀ ਕਰੈਕਟਰਿਸਟਿਕ ਸੀ। ਮੀਨ ਟੂ ਸੇ ਇਹ ਦੋਨੋਂ ਵੈਸੇ ਡਿਫਰੈਂਟ ਨੇ, ਇੱਕ ਸੈਕਸ਼ੂਅਲ ਹੋ ਗਈ ਸਾਡੇ ਕੋਲ, ਇੱਕ ਤਾਂ ਸੈਕਸ਼ੂਅਲ ਹੋ ਗਈ ਨਾ, ਇੱਕ ਸੈਕਸ਼ੂਅਲ, ਇਹ ਦੋਨੇ ਮੋਡ ਆਫ ਰੀਪਰੋਡਕਸ਼ਨ ਡਿਫਰੈਂਟ ਹੋ ਜਾਂਦੀਆਂ ਨੇ। ਠੀਕ ਹੈ, ਇਹਦੇ ਵਿੱਚ। ਠੀਕ ਹੈ, ਸੋ ਇਹਨਾਂ ਨੇ ਇਹਨਾਂ ਨੂੰ ਦੋਨਾਂ ਨੂੰ ਮਤਲਬ ਸਿੰਗਲ ਕੰਸੀਡਰ ਕਰ ਲਿਆ ਸੀ, ਸਿੰਗਲ ਆਈਡੈਂਟਿਟੀ। ਇਹ ਚੀਜ਼ ਨਹੀਂ ਮਤਲਬ ਅਸੈਪਟੇਬਲ ਹੁੰਦੀ ਵੀ ਜਿਹੜੇ ਵੈਜੀਟੇਟਿਵ ਜਿਹੜੀ ਵੈਜੀਟੇਟਿਵ ਮੀਨਸ ਟੂ ਸੇ ਦੈਟ ਵੀ ਇੱਕ ਬੋਡੀ ਹੈ, ਉਸ ਬੋਡੀ ਦੇ ਵਿੱਚੋਂ ਜਿਵੇਂ ਕੁਛ ਵੀ ਉਸ ਬੋਡੀ 'ਤੇ, ਜਿਵੇਂ ਅਸੀਂ ਬਡਿੰਗ ਦੀ ਗੱਲ ਕਰਦੇ ਹਾਂ, ਉਸੇ ਬੋਡੀ ਦੇ ਵਿੱਚ ਕੋਈ ਹੋਰ ਪਾਰਟ ਆ ਗਿਆ, ਫਿਰ ਇਸ ਬੋਡੀ ਦੇ ਉੱਤੇ ਇਹ ਤੋਂ ਟੁੱਟ ਗਏ, ਫਿਰ ਇਸ ਤੋਂ ਹੋਰ ਪਾਰਟ ਬਡਿੰਗ ਵਗੈਰਾ, ਜਿਵੇਂ ਵੈਜੀਟੇਟਿਵ ਅਸੀਂ ਗੱਲ ਕਰ ਦਾਂਗੇ ਰੀਪਰੋਡਕਸ਼ਨ 'ਚ। ਲੇਕਿਨ ਜਿਹੜੀ ਸੈਕਸ਼ੂਅਲ ਹੁੰਦੀ, ਸੈਕਸ਼ੂਅਲ 'ਚ ਇੱਕ ਮੇਲ ਹੁੰਦਾ, ਇੱਕ ਫੀਮੇਲ ਹੁੰਦਾ। ਠੀਕ ਹੈ, ਫੀਮੇਲ ਇਹ ਆਪਦੇ ਗੈਮਿਟਸ ਰਿਲੀਜ਼ ਕਰਦੇ ਨੇ, ਫਿਰ ਇਹ ਗੈਮਿਟਸ ਅੱਗੇ ਜ਼ਾਈਗੋਟ ਬਣਦਾ, ਜ਼ਾਈਗੋਟ ਅੱਗੇ ਐਂਬਰੋਏ ਬਣਦਾ। ਠੀਕ ਹੈ, ਵੀ ਇਹਦੇ ਵਿੱਚ ਠੀਕ ਹੈ, ਇਹਦੇ ਵਿੱਚ ਸਿੰਗਲ ਪੇਰੈਂਟ ਤੋਂ ਵੀ ਹੋ ਸਕਦੀ ਜਿਹੜੀ ਵੈਜੀਟੇਟਿਵ ਹੈ, ਬਟ ਜਿਹੜੀ ਸੈਕਸ਼ੂਅਲ ਹੈ ਉਹ ਦੋ ਪੇਰੈਂਟਸ 'ਤੇ ਇਨਕਲੂਡ ਹੁੰਦਾ। ਸੋ ਠੀਕ ਹੈ, ਸੋ ਇਹ ਚੀਜ਼ ਹੁੰਦੀ ਹੈ ਮੀਨ ਟੂ ਸੇ ਦੈਟ ਵੀ ਇੱਕੋ ਬੋਡੀ ਦੇ ਵਿੱਚ ਜਿਹੜੀ ਇਹ ਦੋਨੇ ਰੀਪਰੋਡਕਸ਼ਨ ਹੋ ਜਾਂਦੀ, ਉਹ ਵੈਜੀਟੇਟਿਵ ਜਿਹੜੀ ਮਤਲਬ ਵੈਜੀਟੇਟਿਵ ਮਤਲਬ ਇੱਕੋ ਬੋਡੀ ਵਿੱਚ ਹੋ ਜਾਂਦੀ। ਬਟ ਸੈਕਸ਼ੂਅਲ ਦੇ ਵਿੱਚ ਕੀ ਹੁੰਦਾ, ਇਹ ਡਿਫਰੈਂਟ ਵਗੈਰਾ ਵੀ ਹੋ ਸਕਦੀ ਹੈ, ਬਟ ਸੇਮ ਵੀ ਹੋ ਸਕਦੀ ਹੈ। ਬਟ ਇਹਦੇ ਵਿੱਚ ਮੇਲ ਫੀਮੇਲ ਜ਼ਰੂਰੀ ਹੁੰਦੇ ਨੇ, ਇਹ 'ਚ ਜ਼ਰੂਰੀ ਨਹੀਂ। ਠੀਕ ਹੈ, ਇਹ ਸਿੰਗਲ ਹੋ ਸਕਦਾ। ਉਸ ਤੋਂ ਬਾਅਦ ਸਿਸਟਮ ਆਫ ਬਾਇਓਲੋਜੀਕਲ ਕਲਾਸੀਫਿਕੇਸ਼ਨ। ਦੂਜੇ ਨੰਬਰ ਸਾਡੇ ਕੋਲ ਆਉਂਦਾ ਹੈਗਾ ਨੈਚੁਰਲ ਕਲਾਸੀਫਿਕੇਸ਼ਨ ਸਿਸਟਮ। ਪਹਿਲੀ ਗੱਲ 'ਤੇ ਆ ਗਿਆ ਆਰਟੀਫਿਸ਼ੀਅਲ, ਹੁਣ ਦੂਜੇ 'ਤੇ ਆ ਗਿਆ ਅਸੀਂ ਨੈਚੁਰਲ ਕਲਾਸੀਫਿਕੇਸ਼ਨ ਸਿਸਟਮ ਦੀ ਗੱਲ ਕਰਾਂਗੇ। ਦੇਖੋ ਇਸ ਦੇ ਵਿੱਚ ਕੀ ਹੁੰਦਾ ਹੈਗਾ, ਇਹ ਸਭ ਤੋਂ ਪਹਿਲਾਂ ਤਾਂ ਕਿੰਨਾ ਨਹੀਂ ਤਾਂ ਸੀ ਜੋਰਜ ਬੈਂਥਮ ਤੇ ਡਾਲਟਨ ਹੁਕਰ। ਇਹ ਬਹੁਤ ਇੰਪੋਰਟੈਂਟ ਹੈ, ਧਿਆਨ 'ਚ ਰੱਖਣਾ ਵੀ ਸਾਡੇ ਕੁਐਸਚਨ ਪੁੱਛ ਸਕਦਾ ਹੂ ਇਨਵੈਂਟ the natural classification system or who give the natural classification system. You have give the answer that George Bentham and Joseph Dalton Hooker. ठीक है, so now let's talk about this system.
these are based on natural affinities, mean to say that natural affinities mean to say that ਉਹਨਾਂ ਦੇ ਜਿਹੜੇ natural characteristics ਸੀਗੇ ਉਹਨਾਂ ਦਾ mean to say that ਅਸੀਂ ਦੇਖਦੇ ਹਾਂ ਅਗਲੀ ਲਾਈਨ 'ਚ it consider external features as well as internal features। ਉਹਨਾਂ ਨੇ ਕੀ ਕੀਤਾ, ਉਹ ਜਿਹੜਾ artificial ਸੀ, ਜਿਹੜਾ ਅਸੀਂ ਪਹਿਲਾਂ ਪੜ੍ਹ ਕੇ ਹਟੇ ਸੀ, ਉਹਦੇ ਵਿੱਚ ਸਿਰਫ ਉਹਨਾਂ ਨੇ morphological ਲਾਈ ਸੀ, but in this system they also included the external as well as internal features, ਠੀਕ ਹੈ। like internal ਕਿਹੜੇ, external ਤੋਂ ਬਾਹਰਲੀ ਦਿਖ ਵਾਲੇ ਹੋ ਗਏ, morphological characters ਹੋ ਗਏ, but in internal what happen, ਦੇਖੋ anatomy ਹੋ ਗਈ, ਉਹਦੀ embryology ਹੋ ਗਈ, photochemistry mean to say that ਉਹਦੇ chemically ਸਾਰੀ ਅਸੀਂ ਇਹ ਗੱਲ ਕਰਦੇ ਹਾਂ, embryology ਹੋ ਗਈ, ਠੀਕ ਹੈ। ਉਹਦੀ ਐਨੋਟਮੀ, ਉਹਨਾਂ ਦੀ ਜਿਹੜੀ ਇੰਟਰਨਲੀ ਜਿਹੜੀ ਬੋਡੀ ਸ਼ੇਪ ਕਿਵੇਂ ਹੈ ਉਹਨਾਂ ਦੇ, ਠੀਕ ਹੈ। ਔਰਗਨਸ ਵਗੈਰਾ ਕਿਵੇਂ ਨੇ, ਅੰਦਰ ਪਾਰਟਸ, ਐਂਡਰੋਸ਼ੀਅਮ, ਗਾਇਨੋਸ਼ੀਅਮ, ਸਾਰਾ ਕੁਛ ਉਹਦੇ ਵਿੱਚ, ਮੇਲ ਪਾਰਟ ਹੈ, ਠੀਕ ਹੈ। ਉਹਦੇ ਪੈਟਲਸ, ਸਾਰਾ ਕੁਛ, ਫਲਾਵਰ, ਉਹਦੀ ਸਟੈਮ, ਰੂਟ, ਸਾਰੇ ਕੁਛ ਉਹਨਾਂ ਨੇ ਫੀਚਰ ਕੰਸੀਡਰ ਕਰੇ ਇਹਦੇ ਵਿੱਚ। ਅੱਗੇ ਜਿਹੜਾ ਹੈਗਾ ਐਗਜ਼ਾਮਪਲ, ਜਿਵੇਂ ਕਲਾਸੀਫਿਕੇਸ਼ਨ ਆਫ ਫਲਾਵਰਿੰਗ ਪਲਾਂਟਸ ਗਿਵਨ ਬਾਏ ਜੋਰਜ ਹੁਕਮ, ਜਿਹੜੀ ਇਹਨਾਂ ਨੇ ਕਲਾਸੀਫਿਕੇਸ਼ਨ ਦਿੱਤੀ ਸੀ ਫਲਾਵਰਿੰਗ ਪਲਾਂਟ ਦੀ, ਉਹ ਇਹਨਾਂ ਦੇ ਬੇਸ 'ਤੇ ਸੀਗੀ, ਇਹਨਾਂ ਦੇ ਜੋਰਜ ਬੰਥਮ ਐਂਡ ਜੋਸਫ ਡਾਲਟਨ ਹੁੱਕਰ, ਠੀਕ ਹੈ। ਜਿਵੇਂ ਆਹ ਦੇਖੋ ਪਲਾਂਟਸ ਦੀ ਦਿੱਤੀ ਹੋਈ ਹੈ ਮਿੰਟੂ, ਠੀਕ ਹੈ। ਮੀਨ ਟੂ ਸੇ ਦੈਟ ਇਸ ਪਾਰਟ ਦੇ ਵਿੱਚ ਇਹਨਾਂ ਨੇ ਕੀ ਕੀਤਾ, ਇਹਨਾਂ ਇੰਟਰਨਲ ਵੀ ਲਏ ਅਤੇ ਐਕਸਟਰਨਲ ਵੀ ਲਏ, ਠੀਕ ਹੈ। ਹੁਣ ਦੇਖਦੇ ਹਾਂ ਅਗਲਾ ਸਾਡੇ ਕੋਲ ਸਿਸਟਮ ਆਫ ਬਾਇਓਲੋਜੀਕਲ ਕਲਾਸੀਫਿਕੇਸ਼ਨ ਦਾ ਥਰਡ ਜਿਹੜਾ ਪਾਰਟ ਹੁੰਦਾ ਉਹ ਸਾਡਾ ਕਿਹੜਾ ਹੁੰਦਾ ਗਾ, ਫਾਈਲੋਜੈਨੇਟਿਕ ਕਲਾਸੀਫਿਕੇਸ਼ਨ ਸਿਸਟਮ। ਇਹ ਜਿਹੜਾ ਮੋਸਟ ਇੰਪੋਰਟੈਂਟ ਸਿਸਟਮ ਸੀਗਾ ਅਤੇ ਇਸ ਦੀ ਮੋਸਟ ਜਿਹੜੀ ਹੈ ਇੰਪੋਰਟੈਂਸ ਸੀਗੀ, ਠੀਕ ਹੈ। ਇਹ ਦੋਨੇ ਜਿਹੜੇ ਪਹਿਲੇ ਜਿਹੜੇ ਅਸੀਂ ਦੋ ਸਿਸਟਮ ਪੜ੍ਹੇ ਸੀਗੇ 1 ਅਤੇ 2 ਨੰਬਰ 'ਤੇ, ਇਹਨਾਂ ਦੇ ਨਾਲੋਂ ਇਹ ਮੋਰ ਐਡਵਾਂਸ ਹੈ, ਠੀਕ ਹੈ। ਮੋਰ ਕੀ ਹੈ, ਐਡਵਾਂਸ ਹੈ। ਉਹ ਕਿਉਂ ਹੈ, ਉਹ ਅਸੀਂ ਦੇਖਦੇ ਹਾਂ। ਵਾਈ ਇਟ ਇਜ਼ give more preference than other two system which are we study in previous slides, okay। so now if we talk about this system of classification, phylogenetic classification system, these are based on evolutionary relationship। ਇਹਨਾਂ ਨੇ evolutionary, ਇਹਨਾਂ ਨੇ ਜਿਹੜੇ ਪਿੱਛੇ ਇਹਨਾਂ ਦੇ ਪੁਰਖ ਸੀ, ਇਹਨਾਂ ਦੇ ਪੁਰਖੇ ਸੀਗੇ, ਉਹਨਾਂ ਦੇ ਅਕੋਰਡਿੰਗ ਇਹਨਾਂ ਨੇ ਕੀ ਕੀਤਾ, ਕਲਾਸੀਫਿਕੇਸ਼ਨ ਕੀਤੀ ਹੈ ਜਿਹੜੀ ਉਹਨਾਂ ਦੀ, ਮੀਨ ਟੂ ਇਹਨਾਂ ਦੇ ਐਨਸੈਸਟਰ ਸੀ, ਐਨਸੈਸਟਰ ਮੀਨ ਟੂ ਸੇ ਦੈਟ ਇਹਨਾਂ ਦਾਦਾ ਪੜਦਾਦੇ ਪੜਦਾਦੇ ਤੋਂ ਅੱਗੇ, ਮੀਨ ਟੂ ਸੇ ਦੈਟ ਪਿਛਲੀ ਜਿਹੜੀ ਫੈਮਿਲੀ ਸੀ ਉਹਦੇ ਬੇਸਿਸ 'ਤੇ ਜਿਹੜੀ ਹੈਗੀ ਸੀ ਕਲਾਸੀਫਿਕੇਸ਼ਨ ਕੀਤੀ ਸੀ। ਦਿਸ assume that organism in the same taxa have a common ancestor, mean to say that taxa ਕੀ ਹੁੰਦਾ, ਦੇਖੋ taxa ਦੱਸਦਾ ਤੁਹਾਨੂੰ ਮੈਂ। taxa mean to say that ਅਸੀਂ ਇਹ ਗੱਲ ਕਰਦੇ ਹਾਂਗੇ ਵੀ ਇੱਕ ਪਿਤਾ ਹੈ, ਠੀਕ ਹੈ, ਠੀਕ ਹੈ। ਇੱਕ ਮੀਨ ਟੂ ਸੇ ਦੈਟ ਟੈਕਸਾ ਮੀਨ ਟੂ ਸੇ ਦੈਟ ਜੋ ਅਸੀਂ ਕਲਾਸੀਫਿਕੇਸ਼ਨ ਕਰਦੇ ਹਾਂ, ਚਲੋ ਖੜ ਜਾਓ, ਕਲਾਸੀਫਿਕੇਸ਼ਨ ਇਹ ਕਲਾਸੀਫਿਕੇਸ਼ਨ ਯੂਨਿਟ ਹੈ। ਮੀਨ ਟੂ ਸੇ ਦੈਟ ਅਸੀਂ ਅੱਗੇ ਦੇਖਾਂਗੇ ਜਦੋਂ ਅਸੀਂ ਪਲਾਂਟਸ ਨੂੰ ਅੱਗੇ ਡਿਫਾਈਨ ਕਰਾਂਗੇ, ਇਹ ਡਿਵੀਜ਼ਨ ਆਊਗੀ, ਡਿਵੀਜ਼ਨ 'ਚ ਫਿਰ ਕਲਾਸ ਆਊਗੀ, ਕਲਾਸ 'ਚ ਔਰਡਰ ਆਊ, ਔਰਡਰ, ਠੀਕ ਹੈ। ਇਹ ਔਰਡਰ, ਫੈਮਿਲੀ, ਇਹ ਚੀਜ਼ਾਂ ਆਉਣਗੀਆਂ, ਅਸੀਂ ਇਹ ਪੜ੍ਹਾਂਗੇ। ਮਤਲਬ ਇਹ ਹਰ ਇੱਕ ਚੀਜ਼ 'ਤੇ ਟੈਕਸ ਆ, ਮਤਲਬ ਕਲਾਸੀਫਿਕੇਸ਼ਨ ਯੂਨਿਟ ਹੁੰਦੀ ਹੈ ਇੱਕ ਲੈਵਲ ਦੀ। ਟੈਕਸਾ ਮੀਨ ਟੂ ਸੇ ਦੈਟ ਟੈਕਸਾ ਇੱਕ ਲੈਵਲ ਹੈ ਕਲਾਸੀਫਿਕੇਸ਼ਨ ਦਾ, ਇੱਕ ਕਲਾਸ ਹੈ, ਇੱਕ ਮਤਲਬ ਲੈਵਲ ਹੈ, ਠੀਕ ਹੈ, ਕਲਾਸੀਫਿਕੇਸ਼ਨ ਦਾ। ਜਿਵੇਂ ਡਿਵੀਜ਼ਨ ਇੱਕ ਟੈਕਸਾ ਹੋ ਗਿਆ, ਠੀਕ ਹੈ। ਇਹ ਕਲਾਸ ਇੱਕ ਟੈਕਸਾ ਹੋ ਗਈ, ਔਰਡਰ ਇੱਕ, ਫੈਮਿਲੀ ਇੱਕ ਟੈਕਸਾ ਹੋ ਗਿਆ, ਠੀਕ ਹੈ। ਇਹ ਟੈਕਸੋਨੋਮਿਕਲ ਯੂਨਿਟ ਕਹਿ ਲਓ, ਮਤਲਬ ਕਲਾਸੀਫਿਕੇਸ਼ਨ ਦੀ ਯੂਨਿਟ ਹੈ, ਮਤਲਬ ਹਰ ਇੱਕ ਲੈਵਲ ਹੈ ਜਿਹੜਾ ਟੈਕਸਾ ਕਹਾਂਗੇ ਅਸੀਂ ਉਹਨੂੰ, ਠੀਕ ਹੈ ਜੀ। ਹੈਵ ਅ ਕਾਮਨ ਸਿਸਟਮ ਮੀਨ ਟੂ ਸੇ ਦੈਟ ਇਹਦੇ ਵਿੱਚ ਇਹਨਾਂ ਨੇ ਕੀ ਕੀਤਾ, ਇਸ ਕਲਾਸੀਫਿਕੇਸ਼ਨ 'ਚ ਇਹਨਾਂ ਨੇ ਜਿਹੜੇ ਕਾਮਨ, ਜਿਹਦਾ ਕੋਈ ਕਾਮਨ ਐਨਚੈਸਟਰ ਸੀ ਨਾ, ਕਾਮਨ ਐਨਚੈਸਟਰ ਸੀਗਾ, ਉਹਨੂੰ ਉਹਨਾਂ ਨੇ ਗਰੁੱਪਿੰਗ ਕਰਤੀ ਵੀ ਹਾਂ ਵੀ ਇਹਨਾਂ ਦੇ ਅੱਗੇ ਕਰੈਕਟਰ ਵੀ ਸੇਮ ਹੋਣਗੇ। ਸੋ ਇਹ ਚੀਜ਼ 'ਤੇ ਇਹਨਾਂ ਨੇ ਐਨਚੈਸਟਰਲ ਜਿਹੜੀ ਹੈਗੀ ਇਹਨਾਂ ਨੇ ਸਟੱਡੀਜ਼ ਕੀਤੀਆਂ ਕਾਫੀ, ਅਤੇ ਉਸਦੇ ਬੇਸਿਸ 'ਤੇ ਜਿਹੜੀ ਇਹ ਜਿਹੜਾ ਸਿਸਟਮ ਇਹਨਾਂ ਨੇ ਲਿਆਤਾ, ਠੀਕ ਹੈ ਜੀ। ਫਿਰ ਸਿਸਟਮ ਆਫ ਜਿਹੜੀ ਬਾਇਓਲੋਜੀ ਕਲਾਸੀਫਿਕੇਸ਼ਨ 'ਚ ਦੇਖੋ, ਇਹਨਾਂ ਦੇਖੋ ਅੱਗੇ ਜਿਹੜਾ ਸਾਡਾ ਫਾਈਲੋਜੈਨੇਟਿਕਲ ਸੀਗਾ, ਇਹਦੇ ਵਿੱਚ ਅੱਗੇ ਸਾਡੇ ਕੋਲ ਮੋਸਟ ਇੰਪੋਰਟੈਂਟ ਜਿਹੜਾ ਪਾਰਟ ਆ ਜਾਂਦਾ, ਦੇਖੋ ਇਹਦੇ ਵਿੱਚ ਨੂਮੈਰੀਕਲ ਟੈਕਸੋਨੋਮੀ, ਸਾਈਟੋ ਟੈਕਸੋਨੋਮੀ, ਕੀਮੋ ਟੈਕਸੋਨੋਮੀ, ਠੀਕ ਹੈ ਜੀ। ਦੇਖੋ ਨੂਮੈਰੀਕਲ ਟੈਕਸੋਨੋਮੀ ਜਿਹੜੀ ਬੇਸ ਸੀਗੀ, ਕਿਹਦੇ ਬੇਸ 'ਤੇ ਸੀਗੀ ਸਾਡੀ, ਇਹ ਇਟ ਇਜ਼ ਬੇਸਡ ਔਨ ਉਹ ਅਬਜ਼ਰਵਰ ਕਰੈਕਟਰਿਸਟਿਕ ਹੈ, ਸਾਈਟੋ। ਇਹ ਮਤਲਬ ਕੀ ਹੁੰਦਾ ਨੂਮੈਰੀਕਲ ਟੈਕਸੋਨੋਮੀ 'ਚ, ਅਸੀਂ ਵੀਡੀਓ 'ਚ ਪੜ੍ਹ ਕੇ ਹਟੇ ਸੀ, ਪਿਛਲੀ ਮੇਰੀ ਇੱਕ ਪਈ ਹੋਈ ਹੈ ਵੀਡੀਓ NCERT ਬੁੱਕ ਦੀ, ਦੇਖੋ ਉਸ ਤੋਂ ਹੀ ਇਹ ਨੋਟਸ ਬਣੇ ਹੋਏ ਨੇ, ਬਹੁਤ ਇੰਪੋਰਟੈਂਟ ਨੋਟਸ ਨੇ, ਠੀਕ ਹੈ, ਧਿਆਨ ਨਾਲ ਦੇਖੀਆਂ ਨੇ। ਨੂਮੈਰੀਕਲ ਟੈਕਸੋਨੋਮੀ ਮੀਨ ਟੂ ਸੇ ਇੱਕ ਅਸੀਂ ਕਰੈਕਟਰ ਲੈ ਲਿਆ, ਅਸੀਂ ਇੱਕ ਕਰੈਕਟਰ ਲੈ ਲਿਆ ਸ਼ੇਪ, ਉਹਨੂੰ ਸ਼ੇਪ ਨੂੰ ਦਿੱਤਾ ਨੰਬਰ 2, ਉਹਨੂੰ ਸੇਵ ਕਰਤਾ ਕੰਪਿਊਟਰ 'ਚ, ਠੀਕ ਹੈ। ਹੁਣ ਜਦੋਂ ਸਾਨੂੰ ਕੋਈ ਹੋਰ ਪਲਾਂਟ ਮਿਲਦਾ, ਅਸੀਂ ਪਹਿਲਾਂ ਦੇਖ ਲਓ ਸਿਸਟਮ ਬਣਾਤਾ ਵੀ ਅਸੀਂ ਇਸ ਕਰੈਕਟਰ ਨੂੰ ਇਹ ਨੰਬਰ ਦਿੱਤਾ ਅਤੇ ਇਹਨੂੰ ਸੇਵ ਕਰਤਾ, ਕੋਡ ਕਰਤਾ ਕੰਪਿਊਟਰ 'ਚ। ਹੁਣ ਜੇ ਅਸੀਂ ਨਵੀਂ ਹੁਣ ਸਪੀਸੀਜ਼ ਅਸੀਂ ਫਾਈਂਡ ਆਊਟ ਕਰਦੇ ਹਾਂ ਅਤੇ ਉਹਦੇ ਕੁਛ ਕਰੈਕਟਰ ਨੇ ਜਿਹੜੇ ਸਾਡੇ ਪੁਰਾਣੀ ਨਾਲ ਮਿਲਦੇ ਨੇ, ਮਤਲਬ ਉਹੀ ਜਿਹੜੀ ਮੈਂ ਸ਼ੇਪ ਨੂੰ 1 ਨੰਬਰ ਦਿੱਤਾ ਸੀ, ਉਹ ਸ਼ੇਪ ਹੁਣ ਨਵੇਂ ਜਿਵੇਂ ਨਵਾਂ ਕੋਈ ਪਲਾਂਟ ਇਨਵੈਂਟ ਕਰ ਲਿਆ, ਉਹਦੇ ਵਿੱਚ ਵੀ ਉਹਨੂੰ ਮਿਲ ਜਾਂਦੇ ਨੇ, ਤਾਂ ਮੈਂ ਉਹਨੂੰ ਕੀ ਕਰੂੰਗਾ, ਉਹ ਕੰਪਿਊਟਰ ਦੇ ਵਿੱਚ ਪਾ ਦੂੰਗਾ ਡਾਟਾ, ਹਾਂਜੀ ਇਹਦਾ ਪਹਿਲਾ ਕਰੈਕਟਰ ਹੈ, ਦੂਜਾ, ਉਹ ਫਿਰ ਸਾਨੂੰ ਐਗਜ਼ੈਕਟ ਪੋਜੀਸ਼ਨ ਦੱਸ ਦੂ, ਠੀਕ ਹੈ। ਅੱਗੇ ਸਾਈਟੋ ਟੈਕਸੋਨੋਮੀ, ਠੀਕ ਹੈ। ਸਾਈਟੋ ਟੈਕਸੋਨੋਮੀ ਉਹਦੀ ਸਾਈਟੋਲੋਜੀਕਲ ਸਟਰਕਚਰ ਮੀਨ ਟੂ ਸੇ ਉਹਦੇ ਸੈੱਲ ਵਗੈਰਾ ਦੇ ਅੰਦਰ ਅਸੀਂ ਇਨਫੋਰਮੇਸ਼ਨ ਅਕੋਰਡਿੰਗ ਅਸੀਂ ਉਹਨੂੰ ਉਹ ਕਰਾਂਗੇ, ਜਿਵੇਂ ਉਹਨਾਂ ਕ੍ਰੋਮੋਜ਼ੋਮ ਨੰਬਰ ਹੋ ਗਿਆ, ਉਹਨਾਂ ਦੇ ਸੈੱਲ ਦਾ ਸਟਰਕਚਰ ਹੋ ਗਿਆ, ਬਿਹੇਵੀਅਰ ਹੋ ਗਿਆ, ਠੀਕ ਹੈ। ਕੀਮੋਟੈਕਸੋਨੋਮੀ 'ਚ ਉਹਨਾਂ ਦੇ ਕੈਮੀਕਲ ਕੰਪੋਜੀਸ਼ਨ ਵਗੈਰਾ, ਉਹਨਾਂ ਦੇ ਅੰਦਰ ਕਿਵੇਂ ਕਿਹੜੇ ਕੈਮੀਕਲਸ ਤੋਂ ਉਹਨਾਂ ਦੀ ਕੰਪੋਜੀਸ਼ਨ ਹੋਈ ਹੋਈ ਹੈ, ਠੀਕ ਹੈ ਜੀ। ਸੋ ਬਸ ਇਸ ਵਿੱਚ ਇੰਨਾ ਹੀ, ਥੈਂਕ ਯੂ ਗਾਇਜ਼।